ਜਗਬਾਣੀ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਨੂੰ ਲੈ ਕੇ ਆ ਰਹੀ ਆ। ਜੀ ਹਾਂ, ਜੋ ਰੈਲੀ ਰੱਦ ਹੋ ਗਈ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਗ੍ਰਹਿ ਮੰਤਰਾਲਿਆ ਨੇ ਵੱਡੀ ਕਾਰਵਾਈ ਕੀਤੀ ਆ। ਤਾਂ ਕਾਰਵਾਈ ਦਰਅਸਲ ਇਹ ਕੀਤੀ ਹੈ ਕਿ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਆ। ਤਾਂ ਪੂਰੀ ਜਾਂਚ ਕੀਤੀ ਜਾਵੇਗੀ ਆਖਿਰਕਾਰ ਸੁਰੱਖਿਆ ਨੂੰ ਲੈ ਕੇ ਕੋਤਾਹੀ ਕਿੱਥੇ ਵਰਤੀ ਗਈ ਆ। ਜੀ ਹਾਂ, ਕੇਂਦਰ ਸਰਕਾਰ ਦੁਆਰਾ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਇਹੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸੁਰੱਖਿਆ ਦੇ ਵਿੱਚ ਕੋਤਾਹੀ ਸੀ, ਇਸ ਕਰਕੇ ਰੈਲੀ ਨਹੀਂ ਹੋ ਪਾਈ ਅਤੇ ਪ੍ਰਧਾਨ ਮੰਤਰੀ ਨੂੰ ਵਾਪਸ ਜਿਹੜਾ ਦਿੱਲੀ ਪਰਤਣਾ ਪਿਆ। ਤਾਂ ਹੁਣ ਉਸ ਮਾਮਲੇ ਦੇ ਵਿੱਚ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਕੇਂਦਰੀ ਗ੍ਰਹਿ ਮੰਤਰਾਲਿਆ ਦਾ, ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ, ਜਿਸ ਦੇ ਵਿੱਚ ਸੁਧੀਰ ਕੁਮਾਰ ਸਕਸੇਨਾ ਸੈਕਟਰੀ ਸਿਕਿਉਰਿਟੀ ਕੈਬਨਿਟ ਸੈਕਟਰੀਏਟ, ਇਸ ਤੋਂ ਇਲਾਵਾ ਬਲਬੀਰ ਸਿੰਘ ਜੁਆਇੰਟ ਡਾਇਰੈਕਟਰ IB, ਇਸ ਦੇ ਨਾਲ ਹੀ ਜੋ ਤੀਸਰੇ ਮੈਂਬਰ ਹੋਣਗੇ ਸ਼੍ਰੀ ਸੁਰੇਸ਼ IG SPG। ਤਾਂ ਵੱਡੇ ਜਿਹੜੇ ਅਧਿਕਾਰੀ ਨੇ ਉਹ ਇਸ ਮਾਮਲੇ ਦੇ ਅੰਦਰ ਪੂਰੀ ਜਾਂਚ ਕਰਨਗੇ ਆਖਿਰਕਾਰ ਜੋ ਕੱਲ ਦੀ ਘਟਨਾ ਸੀ ਉਸ ਦੇ ਵਿੱਚ ਹੋਇਆ ਕੀ ਸੀ, ਕਿਉਂਕਿ ਇੱਕ ਪਾਸੇ ਜਿਹੜੀ ਇਸ ਮਾਮਲੇ ਨੂੰ ਲੈ ਕੇ ਪੂਰੀ ਸਿਆਸਤ ਵੀ ਭਖਦੀ ਜਿਹੜੀ ਉਹ ਦਿਖਾਈ ਦੇ ਰਹੀ ਹੈ, ਕਿਉਂਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਇਲਜ਼ਾਮ ਲਗਾ ਰਹੀ ਹੈ ਅਤੇ ਪੰਜਾਬ ਸਰਕਾਰ ਜਿਹੜਾ ਸਪਸ਼ਟੀਕਰਨ ਦੇ ਰਹੀ ਹੈ, ਖਾਸ ਕਰ CM ਚੰਨੀ। ਤਾਂ CM ਚੰਨੀ ਜਿਹੜੇ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਰੂਟ ਦਾ ਬਿਲਕੁਲ ਨਹੀਂ ਪਤਾ ਸੀਗਾ, ਤਾਂ ਐਨ ਮੌਕੇ ਤੇ ਜਿਹੜਾ ਰੂਟ ਬਦਲਿਆ ਗਿਆ। ਹਾਲਾਂਕਿ ਬਾਰਿਸ਼ ਵੀ ਇੱਕ ਵੱਡਾ ਕਾਰਨ ਰਿਹਾ। ਤਾਂ ਅਜਿਹੇ ਦੇ ਅੰਦਰ ਜਿਹੜੇ ਵੱਡੇ ਸਵਾਲ ਉੱਠਦੇ ਨੇ ਕਿ ਜਦੋਂ PM ਮੋਦੀ ਦੀ ਰੈਲੀ ਹੋਣੀ ਸੀ ਤਾਂ ਰੂਟ ਕਿਵੇਂ ਪਤਾ ਲੱਗਿਆ। ਜੋ ਪ੍ਰਦਰਸ਼ਨਕਾਰੀ ਸਨ ਉਹਨਾਂ ਦੇ ਵੀ ਬਿਆਨ ਸਾਹਮਣੇ ਆ ਰਹੇ ਨੇ ਕਿ ਕਿਸ ਤਰ੍ਹਾਂ ਕਿਤੇ ਨਾ ਕਿਤੇ ਜਿਹੜੇ SP ਨੇ ਉਹਨਾਂ ਨੂੰ ਦੱਸਿਆ ਕਿ ਜਿਹੜੇ ਇੱਥੋਂ ਦੀ ਪ੍ਰਧਾਨ ਮੰਤਰੀ ਮੋਦੀ ਦਾ ਜਿਹੜਾ ਕਾਫਲਾ ਉਹ ਗੁਜ਼ਰੇਗਾ, ਪਰ ਤਾਂ ਉਹਨਾਂ ਨੇ ਇਸ ਗੱਲ ਤੇ ਯਕੀਨ ਨਹੀਂ ਕੀਤਾ ਕਿ 1-2 ਘੰਟੇ ਪਹਿਲਾਂ ਇਹੋ ਜਿਹੇ ਕਾਫਲਾ ਨਹੀਂ ਲੰਘ ਸਕਦਾ। ਤਾਂ ਇਸ ਮਾਮਲੇ ਨੂੰ ਲੈ ਕੇ ਜਿਹੜੀ ਦੇਸ਼ ਦੇ ਅੰਦਰ ਜਿਹੜੀ ਉਹ ਸਿਆਸਤ ਭਖਦੀ ਜਾ ਰਹੀ ਆ। ਤਾਂ ਕੱਲ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਕੱਲ ਸੁਪਰੀਮ ਕੋਰਟ ਦੇ ਅੰਦਰ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਵੀ ਹੋ ਰਹੀ, ਤੇ ਅੱਜ ਸਵੇਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ ਜਿਹੜੀ ਮੁਲਾਕਾਤ ਵੀ ਕੀਤੀ ਗਈ ਆ ਅਤੇ ਇਸ ਮਸਲੇ ਨੂੰ ਬੜੀ ਗੰਭੀਰਤਾ ਦੇ ਨਾਲ ਉਠਾਇਆ ਗਿਆ। ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੰਜਾਬ ਦੇ ਅੰਦਰ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਵੀ ਗੱਲ ਕਹਿ ਦਿੱਤੀ ਆ। ਪਰ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਵੱਡਾ ਕਹਿ ਸਕਦੇ ਕਿ ਅਪਡੇਟ ਸਾਹਮਣੇ ਆਇਆ ਕਿ ਮਿਨਿਸਟਰੀ ਆਫ ਹੋਮ ਅਫੇਅਰਸ ਜਾਣੀ ਕਿ ਕੇਂਦਰੀ ਗ੍ਰਹਿ ਮੰਤਰਾਲਿਆ ਦੁਆਰਾ ਜਿਹੜੀ ਕਾਰਵਾਈ ਕੀਤੀ ਗਈ ਆ, ਤਾਂ ਉਹਨਾਂ ਦੁਆਰਾ 3 ਮੈਂਬਰੀ ਕਮੇਟੀ ਬਣਾਈ ਗਈ ਆ ਅਤੇ 3 ਮੈਂਬਰੀ ਕਮੇਟੀ ਨੂੰ ਜਲਦ ਤੋਂ ਜਲਦ ਜਿਹੜੀ ਰਿਪੋਰਟ ਪੇਸ਼ ਕਰਨ ਨੂੰ ਕਿਹਾ, ਕਿਉਂਕਿ ਕਿਤੇ ਨਾ ਕਿਤੇ ਇਸ ਮਾਹੌਲ ਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਅਸਰ ਗਿਆ। ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੀ ਵੱਡੀ ਗੱਲ ਕਹਿ ਕੇ ਗਏ ਨੇ ਕਿ ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰਨਾ ਕਿ ਮੈਂ ਬਠਿੰਡਾ ਏਅਰਪੋਰਟ ਤੇ ਸੁਰੱਖਿਅਤ ਜਿਹੜਾ ਉਹ ਮੁੜਿਆ ਕਿ ਮੇਰੀ ਜਾਨ ਬਚ ਗਈ, ਇਸ ਤਰ੍ਹਾਂ ਦੇ ਜਿਹੜੇ ਸ਼ਬਦ ਉਹ ਵਰਤੇ ਗਏ ਨੇ। ਤਾਂ ਆਪਣੇ ਆਪ ਦੇ ਵਿੱਚ ਇੱਕ ਗੰਭੀਰ ਮਸਲਾ ਬਣ ਜਾਂਦਾ। ਤਾਂ ਹੁਣ ਇਸ ਮਸਲੇ ਨੂੰ ਦੇਖਦੇ ਹੋਇਆ ਜਿਹੜੀ ਸਿੱਧੀ ਕਾਰਵਾਈ ਕਹਿ ਸਕਦੇ ਆ ਕਿ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੇ ਕੇਂਦਰੀ ਗ੍ਰਹਿ ਮੰਤਰਾਲਾ ਉਹਨਾਂ ਦੇ ਆਫੀਸ਼ੀਅਲ ਜਿਹੜੇ ਬਿਆਨ ਉਹ ਸਾਹਮਣੇ ਨਹੀਂ ਆ ਰਹੇ ਸੀ, ਤਾਂ ਹੁਣ ਜਿਹੜੀ ਕਾਰਵਾਈ ਉਹ ਤੇਜ਼ ਹੁੰਦੀ ਦਿਖਾਈ ਦੇ ਰਹੀ ਆ। ਤਾਂ ਹੁਣ ਇਸ ਨੂੰ ਲੈ ਕੇ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਦੇ ਵਿੱਚ ਸੁਧੀਰ ਕੁਮਾਰ ਸਕਸੇਨਾ ਸੈਕਟਰੀ ਸਿਕਿਉਰਿਟੀ ਕੈਬਨਿਟ ਸੈਕਟਰੀਏਟ ਜਿਹੜੇ ਇਹਨਾਂ ਕੋਲ ਵਿਭਾਗ ਹੈਗੇ ਨੇ, ਇਸ ਤੋਂ ਇਲਾਵਾ ਬਲਬੀਰ ਸਿੰਘ ਜੁਆਇੰਟ ਡਾਇਰੈਕਟਰ IB, ਇਸ ਦੇ ਨਾਲ ਹੀ ਸ਼੍ਰੀ ਸੁਰੇਸ਼ IG SPG ਜਿਹੜੀ ਇਹ ਵੀ ਕਿਹਾ ਜਾ ਰਿਹਾ ਕਿ SPG ਦੀ ਪੂਰੀ ਇਸ ਦੇ ਜ਼ਿੰਮੇਵਾਰੀ ਬਣਦੀ ਆ। ਕੇਂਦਰ ਸਰਕਾਰ ਦੀ ਇੰਟੈਲੀਜੈਂਸ ਤਮਾਮ ਉਹਨਾਂ ਕੋਲ ਸਿਕਿਉਰਿਟੀ ਦਸਤੇ ਹੈਗੇ, ਅਤੇ ਜਿੱਥੇ ਪੰਜਾਬ ਸਰਕਾਰ ਤੇ ਸਵਾਲ ਉੱਠਦੇ ਨੇ ਤਾਂ ਉੱਥੇ ਜਿਹੜੀ ਕੇਂਦਰ ਦੀ ਏਜੰਸੀਆਂ ਨੇ ਚਾਹੇ ਸਿਕਿਉਰਿਟੀ ਨੂੰ ਲੈ ਕੇ ਜਿਹੜੀਆਂ ਏਜੰਸੀਆਂ ਬਣਾਈਆਂ ਤਾਂ ਉਹਨਾਂ ਤੇ ਵੀ ਜਿਹੜੇ ਵੱਡੇ ਸਵਾਲ ਨੇ ਜਿਹੜੇ ਪੰਜਾਬ ਸਰਕਾਰ ਦੁਆਰਾ ਉਠਾਏ ਜਾ ਰਹੇ ਨੇ। ਤਾਂ ਸਿਆਸਤ ਜਿਹੜੀ ਖਾਸ ਤੌਰ ਤੇ ਉਹ ਜਿਹੜੀ ਇਸ ਮੁੱਦੇ ਤੇ ਪੂਰੀ ਗਰਮਾਈ ਹੋਈ ਆ। ਤਾਂ ਹੁਣ ਜਿਹੜਾ ਕਹਿ ਸਕਦੇ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਇਹ ਵੇਖਣਾ ਹੋਵੇਗਾ ਕਿ ਇਸ ਮਾਮਲੇ ਤੇ ਅਪਡੇਟ ਕੀ ਆਉਂਦਾ। ਜਿਹਦੇ ਫਿਲਹਾਲ ਇਹੀ ਅਪਡੇਟ ਹੈ ਕਿ 3 ਮੈਂਬਰੀ ਕਮੇਟੀ ਬਣਾਈ ਗਈ ਆ। ਤਾਂ ਇਸ ਤੋਂ ਇਲਾਵਾ ਜਿਹੜੀ ਕੱਲ ਸੁਪਰੀਮ ਕੋਰਟ ਦੇ ਅੰਦਰ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਵੀ ਹੋਣ ਜਾ ਰਹੀ ਹੈ। ਤਾਂ ਸੁਪਰੀਮ ਕੋਰਟ ਦੀ ਸੁਣਵਾਈ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਤਾਂ ਪੰਜਾਬ ਦੇ ਅੰਦਰ ਜਿਹੜੇ 3 ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਵਿਰੋਧ ਚੱਲ ਰਿਹਾ ਸੀ ਭਾਜਪਾ ਦਾ, ਤਾਂ ਕਿਸਾਨ ਇਹ ਗੱਲ ਕਹਿ ਰਹੇ ਸਨ ਕਿ ਬੇਸ਼ੱਕ 3 ਖੇਤੀ ਕਾਨੂੰਨ ਰੱਦ ਹੋ ਗਏ ਨੇ, ਪਰ ਸਾਡੀਆਂ ਜਿਹੜੀਆਂ ਵੱਡੀਆਂ ਮੰਗਾਂ ਨੇ ਉਹ ਹਜੇ ਬਾਕੀ ਨੇ, ਚਾਹੇ ਲਖੀਮਪੁਰ ਦੀ ਘਟਨਾ ਹੋਵੇ, ਚਾਹੇ ਪਰਚੇ ਰੱਦ ਕਰਨ ਦੀ ਜਿਹੜੀ ਉਹ ਮੰਗ ਹੋਵੇ। ਤਾਂ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਫਿਰੋਜ਼ਪੁਰ ਆਉਣਾ ਸੀਗਾ, ਤਾਂ ਇੱਕ ਪਾਸੇ ਬਾਰਿਸ਼ ਸੀਗੀ, ਦੂਸਰੇ ਪਾਸੇ ਜਿਹੜਾ ਕਿਸਾਨਾਂ ਦਾ ਪ੍ਰਦਰਸ਼ਨ। ਤਾਂ ਜਿੱਥੇ ਇਸ ਦੇ ਨਾਲ ਹੀ ਜਿਹੜਾ ਕਾਂਗਰਸ ਦੁਆਰਾ ਇਹ ਜਿਹੜੇ
ਦੋਸ਼ ਲਗਾਏ ਜਾ ਰਹੇ ਨੇ ਕਿ ਰੈਲੀ ਦੇ ਵਿੱਚ ਇਕੱਠ ਨਹੀਂ ਸੀ, ਤਾਂ ਇਸ ਦੇ ਚੱਲਦੇ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੁਆਰਾ ਇਸ ਚੀਜ਼ ਦਾ ਬਹਾਨਾ ਬਣਾਇਆ ਗਿਆ ਕਿ ਸਿਕਿਉਰਿਟੀ ਦੇ ਵਿੱਚ ਕਮੀ ਸੀ। ਹਾਲਾਂਕਿ ਸੀਐਮ ਚੰਨੀ, ਜੋ ਪੰਜਾਬ ਦੇ ਮੁੱਖ ਮੰਤਰੀ ਨੇ, ਸੀਐਮ ਚੰਨੀ ਤੋਂ ਇਹ ਗੱਲ ਵਾਰ-ਵਾਰ ਕਹਿ ਰਹੇ ਨੇ ਕਿ ਸਿਕਿਉਰਿਟੀ ਦੇ ਵਿੱਚ ਕਮੀ ਨਹੀਂ ਸੀ, ਸਾਨੂੰ ਵੀ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਸੀ ਕਿ ਇੱਕਦਮ ਹੀ ਜਿਹੜਾ ਇਹ ਪਲਾਨ ਬਦਲ ਦਿੱਤਾ ਜਾਵੇਗਾ, ਕਿਉਂਕਿ ਬਠਿੰਡਾ ਤੋਂ ਫਿਰੋਜ਼ਪੁਰ ਦੀ ਗੱਲ ਕਰ ਲਈ ਜਾਵੇ ਤਾਂ ਕਰੀਬ 170 ਕਿਲੋਮੀਟਰ ਬਣਦਾ, ਤਾਂ ਪ੍ਰਧਾਨ ਮੰਤਰੀ ਹੋਣ ਤਾਂ ਉਹਨਾਂ ਦੇ ਲਈ 170 ਕਿਲੋਮੀਟਰ ਦਾ ਰਾਹ ਜਿਹੜਾ ਖਾਲੀ ਕਰਵਾਉਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਚੈਲੰਜ ਬਣ ਜਾਂਦਾ। ਪਰ ਇਸ ਦੇ ਨਾਲ ਹੀ ਜਿਹੜੇ ਇਹ ਵੀ ਸਵਾਲ ਉੱਠ ਰਹੇ ਨੇ, ਆਖਿਰਕਾਰ ਦੂਸਰਾ ਰੂਟ ਜਿਹੜਾ ਉਹ ਕਿਉਂ ਨਹੀਂ ਚੁਣਿਆ ਗਿਆ। ਤਾਂ ਇਸ ਨੂੰ ਲੈ ਕੇ ਹੁਣ ਕੇਂਦਰੀ ਜਿਹੜਾ ਗ੍ਰਹਿ ਮੰਤਰਾਲਾ ਉਸ ਦੀ ਸਿੱਧੀ ਐਂਟਰੀ ਹੋ ਗਈ ਆ, ਤਾਂ ਉਹਨਾਂ ਨੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਹੁਣ ਇਸ ਮਾਮਲੇ ਦੇ ਅੰਦਰ ਜਾਂਚ ਕਰੇਗਾ। ਇਸ ਦੇ ਨਾਲ ਹੀ ਹੁਣ ਜਿਹੜੀ ਇਹ ਵੀ ਕਿਹਾ ਗਿਆ ਕਿ ਜਲਦ ਤੋਂ ਜਲਦ ਜਿਹੜੀ ਉਹ ਰਿਪੋਰਟ ਦਿੱਤੀ ਜਾਵੇ। ਤਾਂ ਆਖਿਰਕਾਰ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 15 ਤੋਂ 20 ਮਿੰਟ ਜਿਹੜਾ ਪੁਲ ਦੇ ਉੱਪਰ ਕਿਉਂ ਰੁਕਣਾ ਪਿਆ, ਕਿਉਂਕਿ ਜਿਹੜੇ ਦੇਖਣ ਵਾਲੇ ਲੋਕ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਕਿਸਾਨ ਉੱਥੇ ਪਹਿਲਾਂ ਬੈਠੇ ਹੋਏ ਸਨ ਤੇ ਭਾਜਪਾ ਵਰਕਰ ਵੀ ਉੱਥੇ ਸਨ, ਤਾਂ ਕਿਤੇ ਨਾ ਕਿਤੇ ਉਹ ਕਲੈਸ਼ ਵਾਲਾ ਮਾਹੌਲ ਬਣਦਾ ਦਿਖਾਈ ਦੇ ਰਿਹਾ ਸੀ। ਤਾਂ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਇਸ ਚੀਜ਼ ਦਾ ਇਲਮ ਨਹੀਂ ਸੀ ਕਿ ਪ੍ਰਧਾਨ ਮੰਤਰੀ ਇਸ ਰਾਸਤੇ ਦੇ ਰੁੱਤੇ ਦੀ ਆਉਣਗੇ। ਤਾਂ ਹੁਣ ਜਿਹੜੇ ਕਹਿ ਸਕਦੇ ਕਿ ਮਿਨਿਸਟਰੀ ਆਫ ਹੋਮ ਅਫੇਅਰਸ ਜਾਣੀ ਕਿ ਕੇਂਦਰੀ ਗ੍ਰਹਿ ਮੰਤਰਾਲੇ ਉਹਨਾਂ ਦੁਆਰਾ ਜਿਹੜੀ ਵੱਡੀ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ। ਦੀ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਨੂੰ ਲੈ ਕੇ ਆ ਰਹੀ ਹੈ। ਜੀ ਹਾਂ, ਜੋ ਰੈਲੀ ਰੱਦ ਹੋ ਗਈ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਗ੍ਰਹਿ ਮੰਤਰਾਲਿਆਂ ਨੇ ਵੱਡੀ ਕਾਰਵਾਈ ਕੀਤੀ ਆ। ਤਾਂ ਕਾਰਵਾਈ ਦਰਅਸਲ ਇਹ ਕੀਤੀ ਹੈ ਕਿ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਆ, ਤਾਂ ਪੂਰੀ ਜਾਂਚ ਕੀਤੀ ਜਾਵੇਗੀ ਆਖਿਰਕਾਰ ਸੁਰੱਖਿਆ ਨੂੰ ਲੈ ਕੇ ਕੋਤਾਹੀ ਕਿੱਥੇ ਵਰਤੀ ਗਈ ਆ। ਜੀ ਹਾਂ, ਕੇਂਦਰ ਸਰਕਾਰ ਦੁਆਰਾ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਇਹੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸੁਰੱਖਿਆ ਦੇ ਵਿੱਚ ਕੋਤਾਹੀ ਸੀ, ਇਸ ਕਰਕੇ ਰੈਲੀ ਨਹੀਂ ਹੋ ਪਾਈ ਅਤੇ ਪ੍ਰਧਾਨ ਮੰਤਰੀ ਨੂੰ ਵਾਪਸ ਜਿਹੜਾ ਦਿੱਲੀ ਪਰਤਣਾ ਪਿਆ। ਤਾਂ ਹੁਣ ਉਸ ਮਾਮਲੇ ਦੇ ਵਿੱਚ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਕੇਂਦਰੀ ਗ੍ਰਹਿ ਮੰਤਰਾਲਾ ਦਾ, ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ, ਜਿਸ ਦੇ ਵਿੱਚ ਸੁਧੀਰ ਕੁਮਾਰ ਸਕਸੈਨਾ ਸੈਕਟਰੀ ਸਿਕਿਉਰਿਟੀ ਕੈਬਨਿਟ ਸੈਕਟਰੀਏਟ, ਇਸ ਤੋਂ ਇਲਾਵਾ ਬਲਬੀਰ ਸਿੰਘ ਜੁਆਇੰਟ ਡਾਇਰੈਕਟਰ IB, ਇਸ ਦੇ ਨਾਲ ਹੀ ਜੋ ਤੀਸਰੇ ਮੈਂਬਰ ਹੋਣਗੇ ਸ਼੍ਰੀ ਸੁਰੇਸ਼ IG SPG। ਤਾਂ ਵੱਡੇ ਜਿਹੜੇ ਅਧਿਕਾਰੀ ਨੇ ਉਹ ਇਸ ਮਾਮਲੇ ਦੇ ਅੰਦਰ ਪੂਰੀ ਜਾਂਚ ਕਰਨਗੇ ਆਖਿਰਕਾਰ ਜੋ ਕੱਲ੍ਹ ਦੀ ਘਟਨਾ ਸੀ ਉਸ ਦੇ ਵਿੱਚ ਹੋਇਆ ਕੀ ਸੀ, ਕਿਉਂਕਿ ਇੱਕ ਪਾਸੇ ਜਿਹੜੀ ਇਸ ਮਾਮਲੇ ਨੂੰ ਲੈ ਕੇ ਪੂਰੀ ਸਿਆਸਤ ਵੀ ਭਖਦੀ ਜਿਹੜੀ ਉਹ ਦਿਖਾਈ ਦੇ ਰਹੀ ਹੈ, ਕਿਉਂਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਇਲਜ਼ਾਮ ਲਗਾ ਰਹੀ ਹੈ ਅਤੇ ਪੰਜਾਬ ਸਰਕਾਰ ਜਿਹੜਾ ਸਪਸ਼ਟੀਕਰਨ ਦੇ ਰਹੀ ਹੈ, ਖਾਸ ਕਰ CM ਚੰਨੀ। ਤਾਂ CM ਚੰਨੀ ਜਿਹੜੇ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਰੂਟ ਦਾ ਬਿਲਕੁਲ ਨਹੀਂ ਪਤਾ ਸੀਗਾ, ਤਾਂ ਐਨ ਮੌਕੇ ਤੇ ਜਿਹੜਾ ਰੂਟ ਬਦਲਿਆ ਗਿਆ। ਹਾਲਾਂਕਿ ਬਾਰਿਸ਼ ਵੀ ਇੱਕ ਵੱਡਾ ਕਾਰਨ ਰਿਹਾ। ਤਾਂ ਅਜਿਹੇ ਦੇ ਅੰਦਰ ਜਿਹੜੇ ਵੱਡੇ ਸਵਾਲ ਉੱਠਦੇ ਨੇ ਕਿ ਜਦੋਂ PM ਮੋਦੀ ਦੀ ਰੈਲੀ ਹੋਣੀ ਸੀ ਤਾਂ ਰੂਟ ਕਿਵੇਂ ਪਤਾ ਲੱਗਿਆ। ਜੋ ਪ੍ਰਦਰਸ਼ਨਕਾਰੀ ਸਨ ਉਹਨਾਂ ਦੇ ਵੀ ਬਿਆਨ ਸਾਹਮਣੇ ਆ ਰਹੇ ਨੇ ਕਿ ਕਿਸ ਤਰ੍ਹਾਂ ਕਿਤੇ ਨਾ ਕਿਤੇ ਜਿਹੜੇ SP ਨੇ ਉਹਨਾਂ ਨੂੰ ਦੱਸਿਆ ਕਿ ਜਿਹੜੇ ਇੱਥੋਂ ਦੀ ਪ੍ਰਧਾਨ ਮੰਤਰੀ ਮੋਦੀ ਦਾ ਜਿਹੜਾ ਕਾਫਲਾ ਉਹ ਗੁਜ਼ਰੇਗਾ, ਪਰ ਤਾਂ ਉਹਨਾਂ ਨੇ ਇਸ ਗੱਲ ਤੇ ਯਕੀਨ ਨਹੀਂ ਕੀਤਾ ਕਿ 1-2 ਘੰਟੇ ਪਹਿਲਾਂ ਇਹੋ ਜਿਹੇ ਕਾਫਲਾ ਨਹੀਂ ਲੰਘ ਸਕਦਾ। ਤਾਂ ਇਸ ਮਾਮਲੇ ਨੂੰ ਲੈ ਕੇ ਜਿਹੜੀ ਦੇਸ਼ ਦੇ ਅੰਦਰ ਜਿਹੜੀ ਉਹ ਸਿਆਸਤ ਭਖਦੀ ਜਾ ਰਹੀ ਆ। ਤਾਂ ਕੱਲ੍ਹ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਕੱਲ੍ਹ ਸੁਪਰੀਮ ਕੋਰਟ ਦੇ ਅੰਦਰ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਵੀ ਹੋ ਰਹੀ, ਤੇ ਅੱਜ ਸਵੇਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ ਜਿਹੜੀ ਮੁਲਾਕਾਤ ਵੀ ਕੀਤੀ ਗਈ ਆ ਅਤੇ ਇਸ ਮਸਲੇ ਨੂੰ ਬੜੀ ਗੰਭੀਰਤਾ ਦੇ ਨਾਲ ਉਠਾਇਆ ਗਿਆ। ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੰਜਾਬ ਦੇ ਅੰਦਰ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਵੀ ਗੱਲ ਕਹਿ ਦਿੱਤੀ ਆ। ਪਰ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਵੱਡਾ ਕਹਿ ਸਕਦੇ ਕਿ ਅਪਡੇਟ ਸਾਹਮਣੇ ਆਇਆ ਕਿ
ਮਿਨਿਸਟਰੀ ਆਫ ਹੋਮ ਅਫੇਅਰਸ ਜਾਣੀ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਜਿਹੜੀ ਕਾਰਵਾਈ ਕੀਤੀ ਗਈ ਆ, ਤਾਂ ਉਹਨਾਂ ਦੁਆਰਾ 3 ਮੈਂਬਰੀ ਕਮੇਟੀ ਬਣਾਈ ਗਈ ਆ ਤੇ 3 ਮੈਂਬਰੀ ਕਮੇਟੀ ਨੂੰ ਜਲਦ ਤੋਂ ਜਲਦ ਜਿਹੜੀ ਰਿਪੋਰਟ ਪੇਸ਼ ਕਰਨ ਨੂੰ ਕਿਹਾ, ਕਿਉਂਕਿ ਕਿਤੇ ਨਾ ਕਿਤੇ ਇਸ ਮਾਹੌਲ ਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਅਸਰ ਗਿਆ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੀ ਵੱਡੀ ਗੱਲ ਕਹਿ ਕੇ ਗਏ ਨੇ ਕਿ ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰਨਾ ਕਿ ਮੈਂ ਬਠਿੰਡਾ ਏਅਰਪੋਰਟ ਤੇ ਸੁਰੱਖਿਅਤ ਜਿਹੜਾ ਉਹ ਮੁੜਿਆ ਕਿ ਮੇਰੀ ਜਾਨ ਬਚ ਗਈ। ਇਸ ਤਰ੍ਹਾਂ ਦੇ ਜਿਹੜੇ ਸ਼ਬਦ ਉਹ ਵਰਤੇ ਗਏ ਨੇ ਤਾਂ ਆਪਣੇ ਆਪ ਦੇ ਵਿੱਚ ਇੱਕ ਗੰਭੀਰ ਮਸਲਾ ਬਣ ਜਾਂਦਾ। ਤਾਂ ਹੁਣ ਇਸ ਮਸਲੇ ਨੂੰ ਦੇਖਦਿਆਂ ਹੋਇਆ ਜਿਹੜੀ ਸਿੱਧੀ ਕਾਰਵਾਈ ਕਹਿ ਸਕਦੇ ਆ ਕਿ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੇ ਕੇਂਦਰੀ ਗ੍ਰਹਿ ਮੰਤਰਾਲੇ ਉਹਨਾਂ ਦੇ ਆਫੀਸ਼ੀਅਲ ਜਿਹੜੇ ਬਿਆਨ ਉਹ ਸਾਹਮਣੇ ਨਹੀਂ ਆ ਰਹੇ ਸੀ, ਤਾਂ ਹੁਣ ਜਿਹੜੀ ਕਾਰਵਾਈ ਉਹ ਤੇਜ਼ ਹੁੰਦੀ ਦਿਖਾਈ ਦੇ ਰਹੀ ਆ। ਤਾਂ ਹੁਣ ਇਸ ਨੂੰ ਲੈ ਕੇ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਦੇ ਵਿੱਚ ਸੁਧੀਰ ਕੁਮਾਰ ਸਕਸੇਨਾ ਸੈਕਟਰੀ ਸਿਕਿਉਰਿਟੀ ਕੈਬਨਿਟ ਸੈਕਟਰੀਏਟ ਜਿਹੜੇ ਇਹਨਾਂ ਕੋਲ ਵਿਭਾਗ ਹੈਗੇ ਨੇ, ਇਸ ਤੋਂ ਇਲਾਵਾ ਬਲਬੀਰ ਸਿੰਘ ਜੁਆਇੰਟ ਡਾਇਰੈਕਟਰ IB, ਇਸ ਦੇ ਨਾਲ ਹੀ ਸ਼੍ਰੀ ਸੁਰੇਸ਼ IG SPG ਜਿਹੜੀ ਇਹ ਵੀ ਕਿਹਾ ਜਾ ਰਿਹਾ ਕਿ SPG ਦੀ ਪੂਰੀ ਇਸ ਦੇ ਜ਼ਿੰਮੇਵਾਰੀ ਬਣਦੀ ਆ। ਕੇਂਦਰ ਸਰਕਾਰ ਦੀ ਇੰਟੈਲੀਜੈਂਸ ਤਮਾਮ ਉਹਨਾਂ ਕੋਲ ਸਿਕਿਉਰਿਟੀ ਦਸਤੇ ਹੈਗੇ, ਤੇ ਜਿੱਥੇ ਪੰਜਾਬ ਸਰਕਾਰ ਤੇ ਸਵਾਲ ਉੱਠਦੇ ਨੇ ਤਾਂ ਉੱਥੇ ਜਿਹੜੀ ਕੇਂਦਰ ਦੀ ਏਜੰਸੀਆਂ ਨੇ ਚਾਹੇ ਸਿਕਿਉਰਿਟੀ ਨੂੰ ਲੈ ਕੇ ਜਿਹੜੀਆਂ ਏਜੰਸੀਆਂ ਬਣਾਈਆਂ ਤਾਂ ਉਹਨਾਂ ਤੇ ਵੀ ਜਿਹੜੇ ਵੱਡੇ ਸਵਾਲ ਨੇ ਜਿਹੜੇ ਪੰਜਾਬ ਸਰਕਾਰ ਦੁਆਰਾ ਉਠਾਏ ਜਾ ਰਹੇ ਨੇ। ਤਾਂ ਸਿਆਸਤ ਜਿਹੜੀ ਖਾਸ ਤੌਰ ਤੇ ਉਹ ਜਿਹੜੀ ਇਸ ਮੁੱਦੇ ਤੇ ਪੂਰੀ ਗਰਮਾਈ ਹੋਈ ਆ। ਤਾਂ ਹੁਣ ਜਿਹੜਾ ਕਹਿ ਸਕਦੇ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਇਹ ਵੇਖਣਾ ਹੋਵੇਗਾ ਕਿ ਇਸ ਮਾਮਲੇ ਤੇ ਅਪਡੇਟ ਕੀ ਆਉਂਦਾ, ਜਿਹਦੇ ਫਿਲਹਾਲ ਇਹੀ ਅਪਡੇਟ ਹੈ ਕਿ 3 ਮੈਂਬਰੀ ਕਮੇਟੀ ਬਣਾਈ ਗਈ ਆ। ਤਾਂ ਇਸ ਤੋਂ ਇਲਾਵਾ ਜਿਹੜੀ ਕੱਲ ਸੁਪਰੀਮ ਕੋਰਟ ਦੇ ਅੰਦਰ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਵੀ ਹੋਣ ਜਾ ਰਹੀ ਹੈ, ਤਾਂ ਸੁਪਰੀਮ ਕੋਰਟ ਦੀ ਸੁਣਵਾਈ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਤਾਂ ਪੰਜਾਬ ਦੇ ਅੰਦਰ ਜਿਹੜੇ 3 ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਵਿਰੋਧ ਚੱਲ ਰਿਹਾ ਸੀ ਭਾਜਪਾ ਦਾ, ਤਾਂ ਕਿਸਾਨ ਇਹ ਗੱਲ ਕਹਿ ਰਹੇ ਸਨ ਕਿ ਬੇਸ਼ੱਕ 3 ਖੇਤੀ ਕਾਨੂੰਨ ਰੱਦ ਹੋ ਗਏ ਨੇ, ਪਰ ਸਾਡੀਆਂ ਜਿਹੜੀਆਂ ਵੱਡੀਆਂ ਮੰਗਾਂ ਨੇ ਉਹ ਹਜੇ ਬਾਕੀ ਨੇ, ਚਾਹੇ ਲਖੀਮਪੁਰ ਦੀ ਘਟਨਾ ਹੋਵੇ, ਚਾਹੇ ਪਰਚੇ ਰੱਦ ਕਰਨ ਦੀ ਜਿਹੜੀ ਉਹ ਮੰਗ ਹੋਵੇ। ਤਾਂ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਫਿਰੋਜ਼ਪੁਰ ਆਉਣਾ ਸੀਗਾ, ਤਾਂ ਇੱਕ ਪਾਸੇ ਬਾਰਿਸ਼ ਸੀਗੀ, ਦੂਸਰੇ ਪਾਸੇ ਜਿਹੜਾ ਕਿਸਾਨਾਂ ਦਾ ਪ੍ਰਦਰਸ਼ਨ। ਤਾਂ ਜਿੱਥੇ ਇਸ ਦੇ ਨਾਲ ਹੀ ਜਿਹੜਾ ਕਾਂਗਰਸ ਦੁਆਰਾ ਇਹ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਕਿ ਰੈਲੀ ਦੇ ਵਿੱਚ ਇਕੱਠ ਨਹੀਂ ਸੀ, ਤਾਂ ਇਸ ਦੇ ਚੱਲਦੇ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੁਆਰਾ ਇਸ ਚੀਜ਼ ਦਾ ਬਹਾਨਾ ਬਣਾਇਆ ਗਿਆ ਕਿ ਸਿਕਿਉਰਿਟੀ ਦੇ ਵਿੱਚ ਕਮੀ ਸੀ। ਹਾਲਾਂਕਿ CM ਚੰਨੀ ਜੋ ਪੰਜਾਬ ਦੇ ਮੁੱਖ ਮੰਤਰੀ ਨੇ, CM ਚੰਨੀ ਤੋਂ ਇਹ ਗੱਲ ਵਾਰ-ਵਾਰ ਕਹਿ ਰਹੇ ਨੇ ਕਿ ਸਿਕਿਉਰਿਟੀ ਦੇ ਵਿੱਚ ਕਮੀ ਨਹੀਂ ਸੀ, ਸਾਨੂੰ ਵੀ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਸੀ ਕਿ ਇੱਕਦਮ ਹੀ ਜਿਹੜਾ ਇਹ ਪਲਾਨ ਬਦਲ ਦਿੱਤਾ ਜਾਵੇਗਾ, ਕਿਉਂਕਿ ਬਠਿੰਡਾ ਤੋਂ ਫਿਰੋਜ਼ਪੁਰ ਦੀ ਗੱਲ ਕਰ ਲਈ ਜਾਵੇ ਤਾਂ ਕਰੀਬ 170 ਕਿਲੋਮੀਟਰ ਬਣਦਾ। ਤਾਂ ਪ੍ਰਧਾਨ ਮੰਤਰੀ ਹੋਣ ਤਾਂ ਉਹਨਾਂ ਦੇ ਲਈ 170 ਕਿਲੋਮੀਟਰ ਦਾ ਰਾਹ ਜਿਹੜਾ ਖਾਲੀ ਕਰਵਾਉਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਚੈਲੰਜ ਬਣ ਜਾਂਦਾ। ਪਰ ਇਸ ਦੇ ਨਾਲ ਜਿਹੜੇ ਇਹ ਵੀ ਸਵਾਲ ਉੱਠ ਰਹੇ ਨੇ, ਆਖਿਰਕਾਰ ਦੂਸਰਾ ਰੂਟ ਜਿਹੜਾ ਉਹ ਕਿਉਂ ਨਹੀਂ ਚੁਣਿਆ ਗਿਆ। ਤਾਂ ਇਸ ਨੂੰ ਲੈ ਕੇ ਹੁਣ ਕੇਂਦਰੀ ਜਿਹੜਾ ਗ੍ਰਹਿ ਮੰਤਰਾਲਾ ਉਸ ਦੀ ਸਿੱਧੀ ਐਂਟਰੀ ਹੋ ਗਈ ਆ, ਤਾਂ ਉਹਨਾਂ ਨੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਹੁਣ ਇਸ ਮਾਮਲੇ ਦੇ ਅੰਦਰ ਜਾਂਚ ਕਰੇਗਾ। ਇਸ ਦੇ ਨਾਲ ਹੀ ਹੁਣ ਜਿਹੜੀ ਇਹ ਵੀ ਕਿਹਾ ਗਿਆ ਕਿ ਜਲਦ ਤੋਂ ਜਲਦ ਜਿਹੜੀ ਉਹ ਰਿਪੋਰਟ ਦਿੱਤੀ ਜਾਵੇ। ਤਾਂ ਆਖਿਰਕਾਰ ਜਿਹੜਾ ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 15 ਤੋਂ 20 ਮਿੰਟ ਜਿਹੜਾ ਪੁਲ ਦੇ ਉੱਪਰ ਕਿਉਂ ਰੁਕਣਾ ਪਿਆ, ਕਿਉਂਕਿ ਜਿਹੜੇ ਦੇਖਣ ਵਾਲੇ ਲੋਕ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਕਿਸਾਨ ਉੱਥੇ ਪਹਿਲਾਂ ਬੈਠੇ ਹੋਏ ਸਨ ਤੇ ਭਾਜਪਾ ਵਰਕਰ ਵੀ ਉੱਥੇ ਸਨ, ਤਾਂ ਕਿਤੇ ਨਾ ਕਿਤੇ ਉਹ ਕਲੈਸ਼ ਵਾਲਾ ਮਾਹੌਲ ਬਣਦਾ ਦਿਖਾਈ ਦੇ ਰਿਹਾ ਸੀ। ਤਾਂ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਇਸ ਚੀਜ਼ ਦਾ ਇਲਮ ਨਹੀਂ ਸੀ ਕਿ ਪ੍ਰਧਾਨ ਮੰਤਰੀ ਇਸ ਰਾਸਤੇ ਦੇ ਰੁੱਤੇ ਦੀ ਆਉਣਗੇ। ਤਾਂ ਹੁਣ ਜਿਹੜੇ ਕਹਿ ਸਕਦੇ ਕਿ ਮਿਨਿਸਟਰੀ ਆਫ ਹੋਮ ਅਫੇਅਰਸ ਜਾਣੀ ਕਿ ਕੇਂਦਰੀ ਗ੍ਰਹਿ ਮੰਤਰਾਲੇ ਉਹਨਾਂ ਦੁਆਰਾ ਜਿਹੜੀ ਵੱਡੀ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਆ। ਦੀ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਨੂੰ ਲੈ ਕੇ ਆ ਰਹੀ ਆ। ਜੀ ਹਾਂ, ਜੋ ਰੈਲੀ ਰੱਦ ਹੋ ਗਈ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਗ੍ਰਹਿ ਮੰਤਰਾਲੇ ਨੇ ਵੱਡੀ ਕਾਰਵਾਈ ਕੀਤੀ ਆ। ਤਾਂ ਕਾਰਵਾਈ ਦਰਅਸਲ ਇਹ ਕੀਤੀ ਹੈ ਕਿ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਆ, ਤਾਂ ਪੂਰੀ ਜਾਂਚ ਕੀਤੀ ਜਾਵੇਗੀ ਆਖਿਰਕਾਰ ਸੁਰੱਖਿਆ ਨੂੰ ਲੈ ਕੇ ਕੋਤਾਹੀ ਕਿੱਥੇ ਵਰਤੀ ਗਈ ਆ। ਜੀ ਹਾਂ, ਕੇਂਦਰ ਸਰਕਾਰ ਦੁਆਰਾ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਇਹੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸੁਰੱਖਿਆ ਦੇ ਵਿੱਚ ਕੋਤਾਹੀ ਸੀ, ਇਸ ਕਰਕੇ ਰੈਲੀ ਨਹੀਂ ਹੋ ਪਾਈ ਅਤੇ ਪ੍ਰਧਾਨ ਮੰਤਰੀ ਨੂੰ ਵਾਪਸ ਜਿਹੜਾ ਦਿੱਲੀ ਪਰਤਣਾ ਪਿਆ। ਤਾਂ ਹੁਣ ਉਸ ਮਾਮਲੇ ਦੇ ਵਿੱਚ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ
ਕੇਂਦਰੀ ਗ੍ਰਹਿ ਮੰਤਰਾਲਿਆ ਦਾ, ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ, ਜਿਸ ਦੇ ਵਿੱਚ ਸੁਧੀਰ ਕੁਮਾਰ ਸਕਸੈਨਾ ਸੈਕਟਰੀ ਸਿਕਿਉਰਿਟੀ ਕੈਬਨਿਟ ਸੈਕਟਰੀਏਟ, ਇਸ ਤੋਂ ਇਲਾਵਾ ਬਲਬੀਰ ਸਿੰਘ ਜੁਆਇੰਟ ਡਾਇਰੈਕਟਰ IB, ਇਸ ਦੇ ਨਾਲ ਹੀ ਜੋ ਤੀਸਰੇ ਮੈਂਬਰ ਹੋਣਗੇ ਸ਼੍ਰੀ ਸੁਰੇਸ਼ IG SPG। ਤਾਂ ਵੱਡੇ ਜਿਹੜੇ ਅਧਿਕਾਰੀ ਨੇ ਉਹ ਇਸ ਮਾਮਲੇ ਦੇ ਅੰਦਰ ਪੂਰੀ ਜਾਂਚ ਕਰਨਗੇ। ਆਖਿਰਕਾਰ ਜੋ ਕੱਲ੍ਹ ਦੀ ਘਟਨਾ ਸੀ ਉਸ ਦੇ ਵਿੱਚ ਹੋਇਆ ਕੀ ਸੀ, ਕਿਉਂਕਿ ਇੱਕ ਪਾਸੇ ਜਿਹੜੀ ਇਸ ਮਾਮਲੇ ਨੂੰ ਲੈ ਕੇ ਪੂਰੀ ਸਿਆਸਤ ਵੀ ਭਖਦੀ ਜਿਹੜੀ ਉਹ ਦਿਖਾਈ ਦੇ ਰਹੀ ਹੈ, ਕਿਉਂਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਇਲਜ਼ਾਮ ਲਗਾ ਰਹੀ ਹੈ ਅਤੇ ਪੰਜਾਬ ਸਰਕਾਰ ਜਿਹੜਾ ਸਪਸ਼ਟੀਕਰਨ ਦੇ ਰਹੀ ਹੈ, ਖਾਸ ਕਰ CM ਚੰਨੀ। ਤਾਂ CM ਚੰਨੀ ਜਿਹੜੇ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਰੂਟ ਦਾ ਬਿਲਕੁਲ ਨਹੀਂ ਪਤਾ ਸੀਗਾ, ਤਾਂ ਐਨ ਮੌਕੇ ਤੇ ਜਿਹੜਾ ਰੂਟ ਬਦਲਿਆ ਗਿਆ। ਹਾਲਾਂਕਿ ਬਾਰਿਸ਼ ਵੀ ਇੱਕ ਵੱਡਾ ਕਾਰਨ ਰਿਹਾ। ਤਾਂ ਅਜਿਹੇ ਦੇ ਅੰਦਰ ਜਿਹੜੇ ਵੱਡੇ ਸਵਾਲ ਉੱਠਦੇ ਨੇ ਕਿ ਜਦੋਂ PM ਮੋਦੀ ਦੀ ਰੈਲੀ ਹੋਣੀ ਸੀ ਤਾਂ ਰੂਟ ਕਿਵੇਂ ਪਤਾ ਲੱਗਿਆ। ਜੋ ਪ੍ਰਦਰਸ਼ਨਕਾਰੀ ਸਨ ਉਹਨਾਂ ਦੇ ਵੀ ਬਿਆਨ ਸਾਹਮਣੇ ਆ ਰਹੇ ਨੇ ਕਿ ਕਿਸ ਤਰ੍ਹਾਂ ਕਿਤੇ ਨਾ ਕਿਤੇ ਜਿਹੜੇ SP ਨੇ ਉਹਨਾਂ ਨੂੰ ਦੱਸਿਆ ਕਿ ਜਿਹੜੇ ਇੱਥੋਂ ਦੀ ਪ੍ਰਧਾਨ ਮੰਤਰੀ ਮੋਦੀ ਦਾ ਜਿਹੜਾ ਕਾਫਲਾ ਉਹ ਗੁਜ਼ਰੇਗਾ, ਪਰ ਤਾਂ ਉਹਨਾਂ ਨੇ ਇਸ ਗੱਲ ਤੇ ਯਕੀਨ ਨਹੀਂ ਕੀਤਾ ਕਿ 1-2 ਘੰਟੇ ਪਹਿਲਾਂ ਇਹੋ ਜਿਹੇ ਕਾਫਲਾ ਨਹੀਂ ਲੰਘ ਸਕਦਾ। ਤਾਂ ਇਸ ਮਾਮਲੇ ਨੂੰ ਲੈ ਕੇ ਜਿਹੜੀ ਦੇਸ਼ ਦੇ ਅੰਦਰ ਜਿਹੜੀ ਉਹ ਸਿਆਸਤ ਭਖਦੀ ਜਾ ਰਹੀ ਆ। ਤਾਂ ਕੱਲ੍ਹ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਕੱਲ੍ਹ ਸੁਪਰੀਮ ਕੋਰਟ ਦੇ ਅੰਦਰ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਵੀ ਹੋ ਰਹੀ, ਤੇ ਅੱਜ ਸਵੇਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ ਜਿਹੜੀ ਮੁਲਾਕਾਤ ਵੀ ਕੀਤੀ ਗਈ ਆ ਅਤੇ ਇਸ ਮਸਲੇ ਨੂੰ ਬੜੀ ਗੰਭੀਰਤਾ ਦੇ ਨਾਲ ਉਠਾਇਆ ਗਿਆ। ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੰਜਾਬ ਦੇ ਅੰਦਰ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਵੀ ਗੱਲ ਕਹਿ ਦਿੱਤੀ ਆ। ਪਰ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਵੱਡਾ ਕਹਿ ਸਕਦੇ ਕਿ ਅਪਡੇਟ ਸਾਹਮਣੇ ਆਇਆ ਕਿ ਮਿਨਿਸਟਰੀ ਆਫ ਹੋਮ ਅਫੇਅਰਸ ਜਾਣੀ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਜਿਹੜੀ ਕਾਰਵਾਈ ਕੀਤੀ ਗਈ ਆ, ਤਾਂ ਉਹਨਾਂ ਦੁਆਰਾ 3 ਮੈਂਬਰੀ ਕਮੇਟੀ ਬਣਾਈ ਗਈ ਆ ਅਤੇ 3 ਮੈਂਬਰੀ ਕਮੇਟੀ ਨੂੰ ਜਲਦ ਤੋਂ ਜਲਦ ਜਿਹੜੀ ਰਿਪੋਰਟ ਪੇਸ਼ ਕਰਨ ਨੂੰ ਕਿਹਾ, ਕਿਉਂਕਿ ਕਿਤੇ ਨਾ ਕਿਤੇ ਇਸ ਮਾਹੌਲ ਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਅਸਰ ਗਿਆ। ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਵੱਡੀ ਗੱਲ ਕਹਿ ਕੇ ਗਏ ਨੇ ਕਿ ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰਨਾ ਕਿ ਮੈਂ ਬਠਿੰਡਾ ਏਅਰਪੋਰਟ ਤੇ ਸੁਰੱਖਿਅਤ ਜਿਹੜਾ ਉਹ ਮੁੜਿਆ ਕਿ ਮੇਰੀ ਜਾਨ ਬਚ ਗਈ, ਇਸ ਤਰ੍ਹਾਂ ਦੇ ਜਿਹੜੇ ਸ਼ਬਦ ਉਹ ਵਰਤੇ ਗਏ ਨੇ, ਤਾਂ ਆਪਣੇ ਆਪ ਦੇ ਵਿੱਚ ਇੱਕ ਗੰਭੀਰ ਮਸਲਾ ਬਣ ਜਾਂਦਾ। ਤਾਂ ਹੁਣ ਇਸ ਮਸਲੇ ਨੂੰ ਦੇਖਦਿਆਂ ਹੋਇਆ ਜਿਹੜੀ ਸਿੱਧੀ ਕਾਰਵਾਈ ਕਹਿ ਸਕਦੇ ਆ ਕਿ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੇ ਕੇਂਦਰੀ ਗ੍ਰਹਿ ਮੰਤਰਾਲੇ ਉਹਨਾਂ ਦੇ ਆਫੀਸ਼ੀਅਲ ਜਿਹੜੇ ਬਿਆਨ ਉਹ ਸਾਹਮਣੇ ਨਹੀਂ ਆ ਰਹੇ ਸੀ, ਤਾਂ ਹੁਣ ਜਿਹੜੀ ਕਾਰਵਾਈ ਉਹ ਤੇਜ਼ ਹੁੰਦੀ ਦਿਖਾਈ ਦੇ ਰਹੀ ਆ। ਤਾਂ ਹੁਣ ਇਸ ਨੂੰ ਲੈ ਕੇ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਦੇ ਵਿੱਚ ਸੁਧੀਰ ਕੁਮਾਰ ਸਕਸੇਨਾ ਸੈਕਟਰੀ ਸਿਕਿਉਰਿਟੀ ਕੈਬਨਿਟ ਸੈਕਟਰੀਏਟ ਜਿਹੜੇ ਇਹਨਾਂ ਕੋਲ ਵਿਭਾਗ ਹੈਗੇ ਨੇ, ਇਸ ਤੋਂ ਇਲਾਵਾ ਬਲਬੀਰ ਸਿੰਘ ਜੁਆਇੰਟ ਡਾਇਰੈਕਟਰ IB, ਇਸ ਦੇ ਨਾਲ ਹੀ ਸ਼੍ਰੀ ਸੁਰੇਸ਼ IG SPG ਜਿਹੜੀ ਇਹ ਵੀ ਕਿਹਾ ਜਾ ਰਿਹਾ ਕਿ SPG ਦੀ ਪੂਰੀ ਇਸ ਦੇ ਜ਼ਿੰਮੇਵਾਰੀ ਬਣਦੀ ਆ। ਕੇਂਦਰ ਸਰਕਾਰ ਦੀ ਇੰਟੈਲੀਜੈਂਸ ਤਮਾਮ ਉਹਨਾਂ ਕੋਲ ਸਿਕਿਉਰਿਟੀ ਦਸਤੇ ਹੈਗੇ, ਤੇ ਜਿੱਥੇ ਪੰਜਾਬ ਸਰਕਾਰ ਤੇ ਸਵਾਲ ਉੱਠਦੇ ਨੇ ਤਾਂ ਉੱਥੇ ਜਿਹੜੀ ਕੇਂਦਰ ਦੀ ਏਜੰਸੀਆਂ ਨੇ ਚਾਹੇ ਸਿਕਿਉਰਿਟੀ ਨੂੰ ਲੈ ਕੇ ਜਿਹੜੀਆਂ ਏਜੰਸੀਆਂ ਬਣਾਈਆਂ ਤਾਂ ਉਹਨਾਂ ਤੇ ਵੀ ਜਿਹੜੇ ਵੱਡੇ ਸਵਾਲ ਨੇ ਜਿਹੜੇ ਪੰਜਾਬ ਸਰਕਾਰ ਦੁਆਰਾ ਉਠਾਏ ਜਾ ਰਹੇ ਨੇ। ਤਾਂ ਸਿਆਸਤ ਜਿਹੜੀ ਖਾਸ ਤੌਰ ਤੇ ਉਹ ਜਿਹੜੀ ਇਸ ਮੁੱਦੇ ਤੇ ਪੂਰੀ ਗਰਮਾਈ ਹੋਈ ਆ। ਤਾਂ ਹੁਣ ਜਿਹੜਾ ਕਹਿ ਸਕਦੇ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਇਹ ਵੇਖਣਾ ਹੋਵੇਗਾ ਕਿ ਇਸ ਮਾਮਲੇ ਤੇ ਅਪਡੇਟ ਕੀ ਆਉਂਦਾ, ਜਿਹਦੇ ਫਿਲਹਾਲ ਇਹੀ ਅਪਡੇਟ ਹੈ ਕਿ 3 ਮੈਂਬਰੀ ਕਮੇਟੀ ਬਣਾਈ ਗਈ ਆ। ਕੱਲ੍ਹ ਇਸ ਤੋਂ ਇਲਾਵਾ ਜਿਹੜੀ ਕੱਲ੍ਹ ਸੁਪਰੀਮ ਕੋਰਟ ਦੇ ਅੰਦਰ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਵੀ ਹੋਣ ਜਾ ਰਹੀ ਹੈ, ਤਾਂ ਸੁਪਰੀਮ ਕੋਰਟ ਦੀ ਸੁਣਵਾਈ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਤਾਂ ਪੰਜਾਬ ਦੇ ਅੰਦਰ ਜਿਹੜੇ 3 ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਵਿਰੋਧ ਚੱਲ ਰਿਹਾ ਸੀ ਭਾਜਪਾ ਦਾ, ਤਾਂ ਕਿਸਾਨ ਇਹ ਗੱਲ ਕਹਿ ਰਹੇ ਸਨ ਕਿ ਬੇਸ਼ੱਕ 3 ਖੇਤੀ ਕਾਨੂੰਨ ਰੱਦ ਹੋ ਗਏ ਨੇ, ਪਰ ਸਾਡੀਆਂ ਜਿਹੜੀਆਂ ਵੱਡੀਆਂ ਮੰਗਾਂ ਨੇ ਉਹ ਹਜੇ ਬਾਕੀ ਨੇ, ਚਾਹੇ ਲਖੀਮਪੁਰ ਦੀ ਘਟਨਾ ਹੋਵੇ, ਚਾਹੇ ਪਰਚੇ ਰੱਦ ਕਰਨ ਦੀ ਜਿਹੜੀ ਉਹ ਮੰਗ ਹੋਵੇ। ਤਾਂ ਕੱਲ੍ਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਫਿਰੋਜ਼ਪੁਰ ਆਉਣਾ ਸੀਗਾ, ਤਾਂ ਇੱਕ ਪਾਸੇ ਬਾਰਿਸ਼ ਸੀਗੀ, ਦੂਸਰੇ ਪਾਸੇ ਜਿਹੜਾ ਕਿਸਾਨਾਂ ਦਾ ਪ੍ਰਦਰਸ਼ਨ। ਤਾਂ ਜਿੱਥੇ ਇਸ ਦੇ ਨਾਲ ਹੀ ਜਿਹੜਾ ਕਾਂਗਰਸ ਦੁਆਰਾ ਇਹ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਕਿ ਰੈਲੀ ਦੇ ਵਿੱਚ ਇਕੱਠ ਨਹੀਂ ਸੀ, ਤਾਂ ਇਸ ਦੇ ਚੱਲਦੇ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੁਆਰਾ ਇਸ ਚੀਜ਼ ਦਾ ਬਹਾਨਾ ਬਣਾਇਆ ਗਿਆ ਕਿ ਸਿਕਿਉਰਿਟੀ ਦੇ ਵਿੱਚ ਕਮੀ ਸੀ। ਹਾਲਾਂਕਿ CM ਚੰਨੀ ਜੋ ਪੰਜਾਬ ਦੇ ਮੁੱਖ ਮੰਤਰੀ ਨੇ, CM ਚੰਨੀ ਤੋਂ ਇਹ ਗੱਲ ਵਾਰ-ਵਾਰ ਕਹਿ ਰਹੇ ਨੇ ਕਿ ਸਿਕਿਉਰਿਟੀ ਦੇ ਵਿੱਚ ਕਮੀ ਨਹੀਂ ਸੀ, ਸਾਨੂੰ ਵੀ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਸੀ ਕਿ ਇੱਕਦਮ ਹੀ ਜਿਹੜਾ ਇਹ ਪਲਾਨ ਬਦਲ ਦਿੱਤਾ ਜਾਵੇਗਾ। ਕਿਉਂਕਿ ਬਠਿੰਡਾ ਤੋਂ ਫਿਰੋਜ਼ਪੁਰ ਦੀ ਗੱਲ ਕਰ ਲਈ ਜਾਵੇ ਤਾਂ ਕਰੀਬ 170 ਕਿਲੋਮੀਟਰ ਬਣਦਾ, ਤਾਂ ਪ੍ਰਧਾਨ ਮੰਤਰੀ ਹੋਣ ਤਾਂ ਉਹਨਾਂ ਦੇ ਲਈ 170 ਕਿਲੋਮੀਟਰ ਦਾ ਰਾਹ ਜਿਹੜਾ ਖਾਲੀ ਕਰਵਾਉਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਚੈਲੰਜ ਬਣ ਜਾਂਦਾ।
ਪਰ ਇਸ ਦੇ ਨਾਲ ਹੀ ਜਿਹੜੇ ਇਹ ਵੀ ਸਵਾਲ ਉੱਠ ਰਹੇ ਨੇ, ਆਖਿਰਕਾਰ ਦੂਸਰਾ ਰੂਟ ਜਿਹੜਾ ਉਹ ਕਿਉਂ ਨਹੀਂ ਚੁਣਿਆ ਗਿਆ। ਤਾਂ ਇਸ ਨੂੰ ਲੈ ਕੇ ਹੁਣ ਕੇਂਦਰੀ ਜਿਹੜਾ ਗ੍ਰਹਿ ਮੰਤਰਾਲਾ ਉਸ ਦੀ ਸਿੱਧੀ ਐਂਟਰੀ ਹੋ ਗਈ ਆ। ਤਾਂ ਉਹਨਾਂ ਨੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਹੁਣ ਇਸ ਮਾਮਲੇ ਦੇ ਅੰਦਰ ਜਾਂਚ ਕਰੇਗਾ। ਇਸ ਦੇ ਨਾਲ ਹੀ ਹੁਣ ਜਿਹੜੀ ਇਹ ਵੀ ਕਿਹਾ ਗਿਆ ਕਿ ਜਲਦ ਤੋਂ ਜਲਦ ਜਿਹੜੀ ਉਹ ਰਿਪੋਰਟ ਦਿੱਤੀ ਜਾਵੇ। ਤਾਂ ਆਖਿਰਕਾਰ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 15 ਤੋਂ 20 ਮਿੰਟ ਜਿਹੜਾ ਪੁਲ ਦੇ ਉੱਪਰ ਕਿਉਂ ਰੁਕਣਾ ਪਿਆ, ਕਿਉਂਕਿ ਜਿਹੜੇ ਦੇਖਣ ਵਾਲੇ ਲੋਕ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਕਿਸਾਨ ਉੱਥੇ ਪਹਿਲਾਂ ਬੈਠੇ ਹੋਏ ਸਨ ਤੇ ਭਾਜਪਾ ਵਰਕਰ ਵੀ ਉੱਥੇ ਸਨ, ਤਾਂ ਕਿਤੇ ਨਾ ਕਿਤੇ ਉਹ ਕਲੈਸ਼ ਵਾਲਾ ਮਾਹੌਲ ਬਣਦਾ ਦਿਖਾਈ ਦੇ ਰਿਹਾ ਸੀ। ਤਾਂ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਇਸ ਚੀਜ਼ ਦਾ ਇਲਮ ਨਹੀਂ ਸੀ ਕਿ ਪ੍ਰਧਾਨ ਮੰਤਰੀ ਇਸ ਰਾਸਤੇ ਦੇ ਰੁੱਤੇ ਦੀ ਆਉਣਗੇ। ਤਾਂ ਹੁਣ ਜਿਹੜੇ ਕਹਿ ਸਕਦੇ ਕਿ ਮਿਨਿਸਟਰੀ ਆਫ ਹੋਮ ਅਫੇਅਰਸ ਜਾਣੀ ਕਿ ਕੇਂਦਰੀ ਗ੍ਰਹਿ ਮੰਤਰਾਲੇ ਉਹਨਾਂ ਦੁਆਰਾ ਜਿਹੜੀ ਵੱਡੀ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ। ਇਹ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਨੂੰ ਲੈ ਕੇ ਆ ਰਹੀ ਆ। ਜੀ ਹਾਂ, ਜੋ ਰੈਲੀ ਰੱਦ ਹੋ ਗਈ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਗ੍ਰਹਿ ਮੰਤਰਾਲਿਆਂ ਨੇ ਵੱਡੀ ਕਾਰਵਾਈ ਕੀਤੀ ਆ। ਤਾਂ ਕਾਰਵਾਈ ਦਰਅਸਲ ਇਹ ਕੀਤੀ ਹੈ ਕਿ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਆ। ਤਾਂ ਪੂਰੀ ਜਾਂਚ ਕੀਤੀ ਜਾਵੇਗੀ ਆਖਿਰਕਾਰ ਸੁਰੱਖਿਆ ਨੂੰ ਲੈ ਕੇ ਕੋਤਾਹੀ ਕਿੱਥੇ ਵਰਤੀ ਗਈ ਆ। ਜੀ ਹਾਂ, ਕੇਂਦਰ ਸਰਕਾਰ ਦੁਆਰਾ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਇਹੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸੁਰੱਖਿਆ ਦੇ ਵਿੱਚ ਕੋਤਾਹੀ ਸੀ, ਇਸ ਕਰਕੇ ਰੈਲੀ ਨਹੀਂ ਹੋ ਪਾਈ ਅਤੇ ਪ੍ਰਧਾਨ ਮੰਤਰੀ ਨੂੰ ਵਾਪਸ ਜਿਹੜਾ ਦਿੱਲੀ ਪਰਤਣਾ ਪਿਆ। ਤਾਂ ਹੁਣ ਉਸ ਮਾਮਲੇ ਦੇ ਵਿੱਚ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਕੇਂਦਰੀ ਗ੍ਰਹਿ ਮੰਤਰਾਲਿਆ ਦਾ, ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜਿਸ ਦੇ ਵਿੱਚ ਸੁਧੀਰ ਕੁਮਾਰ ਸਕਸੇਨਾ ਸੈਕਟਰੀ ਸਿਕਿਉਰਿਟੀ ਕੈਬਨਿਟ ਸੈਕਟਰੀਏਟ, ਇਸ ਤੋਂ ਇਲਾਵਾ ਬਲਬੀਰ ਸਿੰਘ ਜੁਆਇੰਟ ਡਾਇਰੈਕਟਰ IB, ਇਸ ਦੇ ਨਾਲ ਹੀ ਜੋ ਤੀਸਰੇ ਮੈਂਬਰ ਹੋਣਗੇ ਸ਼੍ਰੀ ਸੁਰੇਸ਼ IG SPG। ਤਾਂ ਵੱਡੇ ਜਿਹੜੇ ਅਧਿਕਾਰੀ ਨੇ ਉਹ ਇਸ ਮਾਮਲੇ ਦੇ ਅੰਦਰ ਪੂਰੀ ਜਾਂਚ ਕਰਨਗੇ ਆਖਿਰਕਾਰ ਜੋ ਕੱਲ ਦੀ ਘਟਨਾ ਸੀ ਉਸ ਦੇ ਵਿੱਚ ਹੋਇਆ ਕੀ ਸੀ, ਕਿਉਂਕਿ ਇੱਕ ਪਾਸੇ ਜਿਹੜੀ ਇਸ ਮਾਮਲੇ ਨੂੰ ਲੈ ਕੇ ਪੂਰੀ ਸਿਆਸਤ ਵੀ ਭਖਦੀ ਜਿਹੜੀ ਉਹ ਦਿਖਾਈ ਦੇ ਰਹੀ ਹੈ, ਕਿਉਂਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਇਲਜ਼ਾਮ ਲਗਾ ਰਹੀ ਹੈ ਅਤੇ ਪੰਜਾਬ ਸਰਕਾਰ ਜਿਹੜਾ ਸਪਸ਼ਟੀਕਰਨ ਦੇ ਰਹੀ ਹੈ, ਖਾਸ ਕਰ CM ਚੰਨੀ। ਤਾਂ CM ਚੰਨੀ ਜਿਹੜੇ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਰੂਟ ਦਾ ਬਿਲਕੁਲ ਨਹੀਂ ਪਤਾ ਸੀਗਾ, ਤਾਂ ਐਨ ਮੌਕੇ ਤੇ ਜਿਹੜਾ ਰੂਟ ਬਦਲਿਆ ਗਿਆ। ਹਾਲਾਂਕਿ ਬਾਰਿਸ਼ ਵੀ ਇੱਕ ਵੱਡਾ ਕਾਰਨ ਰਿਹਾ। ਤਾਂ ਅਜਿਹੇ ਦੇ ਅੰਦਰ ਜਿਹੜੇ ਵੱਡੇ ਸਵਾਲ ਉੱਠਦੇ ਨੇ ਕਿ ਜਦੋਂ PM ਮੋਦੀ ਦੀ ਰੈਲੀ ਹੋਣੀ ਸੀ ਤਾਂ ਰੂਟ ਕਿਵੇਂ ਪਤਾ ਲੱਗਿਆ। ਜੋ ਪ੍ਰਦਰਸ਼ਨਕਾਰੀ ਸਨ ਉਹਨਾਂ ਦੇ ਵੀ ਬਿਆਨ ਸਾਹਮਣੇ ਆ ਰਹੇ ਨੇ ਕਿ ਕਿਸ ਤਰ੍ਹਾਂ ਕਿਤੇ ਨਾ ਕਿਤੇ ਜਿਹੜੇ SP ਨੇ ਉਹਨਾਂ ਨੂੰ ਦੱਸਿਆ ਕਿ ਜਿਹੜੇ ਇੱਥੋਂ ਦੀ ਪ੍ਰਧਾਨ ਮੰਤਰੀ ਮੋਦੀ ਦਾ ਜਿਹੜਾ ਕਾਫਲਾ ਉਹ ਗੁਜ਼ਰੇਗਾ, ਪਰ ਤਾਂ ਉਹਨਾਂ ਨੇ ਇਸ ਗੱਲ ਤੇ ਯਕੀਨ ਨਹੀਂ ਕੀਤਾ ਕਿ 1-2 ਘੰਟੇ ਪਹਿਲਾਂ ਇਹੋ ਜਿਹੇ ਕਾਫਲਾ ਨਹੀਂ ਲੰਘ ਸਕਦਾ। ਤਾਂ ਇਸ ਮਾਮਲੇ ਨੂੰ ਲੈ ਕੇ ਜਿਹੜੀ ਦੇਸ਼ ਦੇ ਅੰਦਰ ਜਿਹੜੀ ਉਹ ਸਿਆਸਤ ਭਖਦੀ ਜਾ ਰਹੀ ਆ। ਤਾਂ ਕੱਲ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਕੱਲ ਸੁਪਰੀਮ ਕੋਰਟ ਦੇ ਅੰਦਰ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਵੀ ਹੋ ਰਹੀ, ਤੇ ਅੱਜ ਸਵੇਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ ਜਿਹੜੀ ਮੁਲਾਕਾਤ ਵੀ ਕੀਤੀ ਗਈ ਆ ਅਤੇ ਇਸ ਮਸਲੇ ਨੂੰ ਬੜੀ ਗੰਭੀਰਤਾ ਦੇ ਨਾਲ ਉਠਾਇਆ ਗਿਆ। ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੰਜਾਬ ਦੇ ਅੰਦਰ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਵੀ ਗੱਲ ਕਹਿ ਦਿੱਤੀ ਆ। ਪਰ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਵੱਡਾ ਕਹਿ ਸਕਦੇ ਕਿ ਅਪਡੇਟ ਸਾਹਮਣੇ ਆਇਆ ਕਿ ਮਿਨਿਸਟਰੀ ਆਫ ਹੋਮ ਅਫੇਅਰਸ ਜਾਣੀ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਜਿਹੜੀ ਕਾਰਵਾਈ ਕੀਤੀ ਗਈ ਆ, ਤਾਂ ਉਹਨਾਂ ਦੁਆਰਾ 3 ਮੈਂਬਰੀ ਕਮੇਟੀ ਬਣਾਈ ਗਈ ਆ ਤੇ 3 ਮੈਂਬਰੀ ਕਮੇਟੀ ਨੂੰ ਜਲਦ ਤੋਂ ਜਲਦ ਜਿਹੜੀ ਰਿਪੋਰਟ ਪੇਸ਼ ਕਰਨ ਨੂੰ ਕਿਹਾ, ਕਿਉਂਕਿ ਕਿਤੇ ਨਾ ਕਿਤੇ ਇਸ ਮਾਹੌਲ ਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਅਸਰ ਗਿਆ। ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਵੱਡੀ ਗੱਲ ਕਹਿ ਕੇ ਗਏ ਨੇ ਕਿ ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰਨਾ ਕਿ ਮੈਂ ਬਠਿੰਡਾ ਏਅਰਪੋਰਟ ਤੇ ਸੁਰੱਖਿਅਤ ਜਿਹੜਾ ਉਹ ਮੁੜਿਆ ਕਿ ਮੇਰੀ ਜਾਨ ਬਚ ਗਈ, ਇਸ ਤਰ੍ਹਾਂ ਦੇ ਜਿਹੜੇ ਸ਼ਬਦ ਉਹ ਵਰਤੇ ਗਏ ਨੇ। ਤਾਂ ਆਪਣੇ ਆਪ ਦੇ ਵਿੱਚ ਇੱਕ ਗੰਭੀਰ ਮਸਲਾ ਬਣ ਜਾਂਦਾ। ਤਾਂ ਹੁਣ ਇਸ ਮਸਲੇ ਨੂੰ ਦੇਖਦੇ ਹੋਇਆ ਜਿਹੜੀ ਸਿੱਧੀ ਕਾਰਵਾਈ ਕਹਿ ਸਕਦੇ ਆ ਕਿ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੇ ਕੇਂਦਰੀ ਗ੍ਰਹਿ ਮੰਤਰਾਲੇ ਉਹਨਾਂ ਦੇ ਆਫੀਸ਼ੀਅਲ ਜਿਹੜੇ ਬਿਆਨ ਉਹ ਸਾਹਮਣੇ ਨਹੀਂ ਆ ਰਹੇ ਸੀ, ਤਾਂ ਹੁਣ ਜਿਹੜੀ ਕਾਰਵਾਈ ਉਹ ਤੇਜ਼ ਹੁੰਦੀ ਦਿਖਾਈ ਦੇ ਰਹੀ ਆ। ਤਾਂ ਹੁਣ ਇਸ ਨੂੰ ਲੈ ਕੇ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ ਸੁਧੀਰ ਕੁਮਾਰ ਸਕਸੇਨਾ ਸੈਕਟਰੀ ਸਿਕਿਉਰਿਟੀ ਕੈਬਨਿਟ ਸੈਕਟਰੀਏਟ ਜਿਹੜੇ ਇਹਨਾਂ ਕੋਲ ਵਿਭਾਗ ਹੈਗੇ ਨੇ, ਇਸ ਤੋਂ ਇਲਾਵਾ ਬਲਬੀਰ ਸਿੰਘ ਜੁਆਇੰਟ ਡਾਇਰੈਕਟਰ IB, ਇਸ ਦੇ ਨਾਲ ਹੀ ਸ਼੍ਰੀ
ਸੁਰੇਸ਼ ਆਈਜੀ ਐਸਪੀਜੀ ਜਿਹੜੀ ਇਹ ਵੀ ਕਿਹਾ ਜਾ ਰਿਹਾ ਕਿ ਐਸਪੀਜੀ ਦੀ ਪੂਰੀ ਇਸ ਦੇ ਜ਼ਿੰਮੇਵਾਰੀ ਬਣਦੀ ਆ। ਕੇਂਦਰ ਸਰਕਾਰ ਦੀ ਇੰਟੈਲੀਜੈਂਸ ਤਮਾਮ ਉਹਨਾਂ ਕੋਲ ਸਿਕਿਉਰਿਟੀ ਦਸਤੇ ਹੈਗੇ ਤੇ ਜਿੱਥੇ ਪੰਜਾਬ ਸਰਕਾਰ ਤੇ ਸਵਾਲ ਉੱਠਦੇ ਨੇ ਤਾਂ ਉੱਥੇ ਜਿਹੜੀ ਕੇਂਦਰ ਦੀ ਏਜੰਸੀਆਂ ਨੇ ਚਾਹੇ ਸਿਕਿਉਰਿਟੀ ਨੂੰ ਲੈ ਕੇ ਜਿਹੜੀਆਂ ਏਜੰਸੀਆਂ ਬਣਾਈਆਂ ਤਾਂ ਉਹਨਾਂ ਤੇ ਵੀ ਜਿਹੜੇ ਵੱਡੇ ਸਵਾਲ ਨੇ ਜਿਹੜੇ ਪੰਜਾਬ ਸਰਕਾਰ ਦੁਆਰਾ ਉਠਾਏ ਜਾ ਰਹੇ ਨੇ। ਤਾਂ ਸਿਆਸਤ ਜਿਹੜੀ ਖਾਸ ਤੌਰ ਤੇ ਉਹ ਜਿਹੜੀ ਇਸ ਮੁੱਦੇ ਤੇ ਪੂਰੀ ਗਰਮਾਈ ਹੋਈ ਆ। ਤਾਂ ਹੁਣ ਜਿਹੜਾ ਕਹਿ ਸਕਦੇ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਇਹ ਵੇਖਣਾ ਹੋਵੇਗਾ ਕਿ ਇਸ ਮਾਮਲੇ ਤੇ ਅਪਡੇਟ ਕੀ ਆਉਂਦਾ। ਜਿਹਦੇ ਫਿਲਹਾਲ ਇਹੀ ਅਪਡੇਟ ਹੈ ਕਿ 3 ਮੈਂਬਰੀ ਕਮੇਟੀ ਬਣਾਈ ਗਈ ਆ। ਕੱਲ ਇਸ ਤੋਂ ਇਲਾਵਾ ਜਿਹੜੀ ਕੱਲ ਸੁਪਰੀਮ ਕੋਰਟ ਦੇ ਅੰਦਰ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਵੀ ਹੋਣ ਜਾ ਰਹੀ ਹੈ। ਤਾਂ ਸੁਪਰੀਮ ਕੋਰਟ ਦੀ ਸੁਣਵਾਈ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਤਾਂ ਪੰਜਾਬ ਦੇ ਅੰਦਰ ਜਿਹੜੇ 3 ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਵਿਰੋਧ ਚੱਲ ਰਿਹਾ ਸੀ ਭਾਜਪਾ ਦਾ, ਤਾਂ ਕਿਸਾਨ ਇਹ ਗੱਲ ਕਹਿ ਰਹੇ ਸਨ ਕਿ ਬੇਸ਼ੱਕ 3 ਖੇਤੀ ਕਾਨੂੰਨ ਰੱਦ ਹੋ ਗਏ ਨੇ ਪਰ ਸਾਡੀਆਂ ਜਿਹੜੀਆਂ ਵੱਡੀਆਂ ਮੰਗਾਂ ਨੇ ਉਹ ਹਜੇ ਬਾਕੀ ਨੇ, ਚਾਹੇ ਲਖੀਮਪੁਰ ਦੀ ਘਟਨਾ ਹੋਵੇ, ਚਾਹੇ ਪਰਚੇ ਰੱਦ ਕਰਨ ਦੀ ਜਿਹੜੀ ਉਹ ਮੰਗ ਹੋਵੇ। ਤਾਂ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਫਿਰੋਜ਼ਪੁਰ ਆਉਣਾ ਸੀਗਾ। ਤਾਂ ਇੱਕ ਪਾਸੇ ਬਾਰਿਸ਼ ਸੀਗੀ, ਦੂਸਰੇ ਪਾਸੇ ਜਿਹੜਾ ਕਿਸਾਨਾਂ ਦਾ ਪ੍ਰਦਰਸ਼ਨ। ਤਾਂ ਜਿੱਥੇ ਇਸ ਦੇ ਨਾਲ ਹੀ ਜਿਹੜਾ ਕਾਂਗਰਸ ਦੁਆਰਾ ਇਹ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਕਿ ਰੈਲੀ ਦੇ ਵਿੱਚ ਇਕੱਠ ਨਹੀਂ ਸੀ, ਤਾਂ ਇਸ ਦੇ ਚੱਲਦੇ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੁਆਰਾ ਇਸ ਚੀਜ਼ ਦਾ ਬਹਾਨਾ ਬਣਾਇਆ ਗਿਆ ਕਿ ਸਿਕਿਉਰਿਟੀ ਦੇ ਵਿੱਚ ਕਮੀ ਸੀ। ਹਾਲਾਂਕਿ ਸੀਐਮ ਚੰਨੀ ਜੋ ਪੰਜਾਬ ਦੇ ਮੁੱਖ ਮੰਤਰੀ ਨੇ, ਸੀਐਮ ਚੰਨੀ ਤੋਂ ਇਹ ਗੱਲ ਵਾਰ-ਵਾਰ ਕਹਿ ਰਹੇ ਨੇ ਕਿ ਸਿਕਿਉਰਿਟੀ ਦੇ ਵਿੱਚ ਕਮੀ ਨਹੀਂ ਸੀ, ਸਾਨੂੰ ਵੀ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਸੀ ਕਿ ਇੱਕਦਮ ਹੀ ਜਿਹੜਾ ਇਹ ਪਲਾਨ ਬਦਲ ਦਿੱਤਾ ਜਾਵੇਗਾ। ਕਿਉਂਕਿ ਬਠਿੰਡਾ ਤੋਂ ਫਿਰੋਜ਼ਪੁਰ ਦੀ ਗੱਲ ਕਰ ਲਈ ਜਾਵੇ ਤਾਂ ਕਰੀਬ 170 ਕਿਲੋਮੀਟਰ ਬਣਦਾ। ਤਾਂ ਪ੍ਰਧਾਨ ਮੰਤਰੀ ਹੋਣ ਤਾਂ ਉਹਨਾਂ ਦੇ ਲਈ 170 ਕਿਲੋਮੀਟਰ ਦਾ ਰਾਹ ਜਿਹੜਾ ਖਾਲੀ ਕਰਵਾਉਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਚੈਲੰਜ ਬਣ ਜਾਂਦਾ। ਪਰ ਇਸ ਦੇ ਨਾਲ ਹੀ ਜਿਹੜੇ ਇਹ ਵੀ ਸਵਾਲ ਉੱਠ ਰਹੇ ਨੇ, ਆਖਿਰਕਾਰ ਦੂਸਰਾ ਰੂਟ ਜਿਹੜਾ ਉਹ ਕਿਉਂ ਨਹੀਂ ਚੁਣਿਆ ਗਿਆ। ਤਾਂ ਇਸ ਨੂੰ ਲੈ ਕੇ ਹੁਣ ਕੇਂਦਰੀ ਜਿਹੜਾ ਗ੍ਰਹਿ ਮੰਤਰਾਲਾ ਉਸ ਦੀ ਸਿੱਧੀ ਐਂਟਰੀ ਹੋ ਗਈ ਆ। ਤਾਂ ਉਹਨਾਂ ਨੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਜੋ ਹੁਣ ਇਸ ਮਾਮਲੇ ਦੇ ਅੰਦਰ ਜਾਂਚ ਕਰੇਗਾ। ਇਸ ਦੇ ਨਾਲ ਹੀ ਹੁਣ ਜਿਹੜੀ ਇਹ ਵੀ ਕਿਹਾ ਗਿਆ ਕਿ ਜਲਦ ਤੋਂ ਜਲਦ ਜਿਹੜੀ ਉਹ ਰਿਪੋਰਟ ਦਿੱਤੀ ਜਾਵੇ। ਤਾਂ ਆਖਿਰਕਾਰ ਜਿਹੜਾ ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 15 ਤੋਂ 20 ਮਿੰਟ ਜਿਹੜਾ ਪੁਲ ਦੇ ਉੱਪਰ ਕਿਉਂ ਰੁਕਣਾ ਪਿਆ, ਕਿਉਂਕਿ ਜਿਹੜੇ ਦੇਖਣ ਵਾਲੇ ਲੋਕ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਕਿਸਾਨ ਉੱਥੇ ਪਹਿਲਾਂ ਬੈਠੇ ਹੋਏ ਸਨ ਤੇ ਭਾਜਪਾ ਵਰਕਰ ਵੀ ਉੱਥੇ ਸਨ। ਤਾਂ ਕਿਤੇ ਨਾ ਕਿਤੇ ਉਹ ਕਲੈਸ਼ ਵਾਲਾ ਮਾਹੌਲ ਬਣਦਾ ਦਿਖਾਈ ਦੇ ਰਿਹਾ ਸੀ। ਤਾਂ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਇਸ ਚੀਜ਼ ਦਾ ਇਲਮ ਨਹੀਂ ਸੀ ਕਿ ਪ੍ਰਧਾਨ ਮੰਤਰੀ